ਇਹ ਜਿਹੜੇ ਫੈਡਰੇਸ਼ਨ ਦੇ ਅਲੱਗ-ਅਲੱਗ ਧੜੇ ਨੇ, ਇਹ ਆਪੋ ਆਪਣੇ ਢੰਗ ਤਰੀਕੇ ਨਾਲ ਸਰਗਰਮ ਨੇਗੇ ਤੇ ਸਾਨੂੰ ਇਸ ਗੱਲ ਦਾ ਦੁੱਖ ਬੜਾ, ਅਫਸੋਸ ਬੜਾ, ਕਿਉਂਕਿ ਫੈਡਰੇਸ਼ਨ ਦੀ ਜਿਹੜੀ ਚੜ੍ਹਤ ਦੇਖੀ ਹੋਈ ਹੈ ਉਹਦੇ ਸਾਹਮਣੇ ਆਹ ਦਿਨ ਜਿਹੜੇ ਆ ਬੇਹੱਦ ਮਨ ਨੂੰ ਦੁਖੀ ਕਰਨ ਵਾਲੇ। ਸਿੱਖ ਸੰਘਰਸ਼ ਦੇ ਸਿਖਰ ਦੇ ਮੌਕੇ ਹੀ ਦਿੱਲੀ ਦਰਬਾਰ ਨੂੰ, ਭਾਰਤੀ ਖੁਫੀਆ ਏਜੰਸੀਆਂ ਨੂੰ ਫੈਡਰੇਸ਼ਨ ਤੋਂ ਬਹੁਤ ਦੁੱਖ ਆਉਣ ਲੱਗ ਗਿਆ ਸੀ, ਤਕਲੀਫ ਮੰਨਣ ਲੱਗ ਗਈ ਸੀ ਸਰਕਾਰ। ਫੈਡਰੇਸ਼ਨ ਦੇ ਟੁਕੜੇ ਕਰਨ ਦੇ ਵਿੱਚ ਸਰਕਾਰ ਨੂੰ ਕਾਮਯਾਬੀ ਤਾਂ ਮਿਲੀ ਜੇਕਰ ਸਾਡੇ 'ਚ ਘਾਟਾਂ ਸੀ। ਇਸ ਵੇਲੇ ਫੈਡਰੇਸ਼ਨ ਜਿਹੜੀ ਆ ਉਹ ਬਾਦਲ ਦਲ ਦੇ ਧੱਕੇ ਚੜ੍ਹ ਕੇ ਜਿਸ ਤਰੀਕੇ ਦਾ ਰੂਪ ਸਰੂਪ ਅਖਤਿਆਰ ਕਰੀ ਬੈਠੀ ਆ। ਇੱਕ ਤਾਂ ਉਹਨਾਂ ਨੇ ਫੈਡਰੇਸ਼ਨ ਦੇ ਵਿੱਚ ਉਹ ਬਜ਼ੁਰਗ ਬਾਬੇ ਜਿਹੜੇ ਚਿੱਟੀਆਂ ਦਾੜੀਆਂ ਵਾਲੇ, ਜਿਨ੍ਹਾਂ ਦੇ ਪੋਤੇ ਪੋਤੀਆਂ ਜਿਹੜੇ ਨੇ ਉਹ ਸਕੂਲਾਂ ਕਾਲਜਾਂ 'ਚ ਵਿਦਿਆਰਥੀ ਹੋਣਗੇ, ਉਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ ਹੋਈਆਂ ਨੇ। ਬਾਦਲ ਦਲ ਨੂੰ ਭਾਰਤੀ ਏਜੰਡੇ ਤਹਿਤ ਚਾਹੀਦੀ ਸੀ ਉਹ ਨੌਜਵਾਨੀ ਜਿਹੜੀ ਚਾਹੇ ਨਸ਼ੇ ਕਰੇ, ਚਾਹੇ ਮੂੰਹ ਸਿਰ ਮਨਾਈ ਫਿਰੇ, ਚਾਹੇ ਸਿੱਖ ਸਿਧਾਂਤਾਂ ਦੀ ਬਿਲਕੁਲ ਉਲਟ ਚੱਲਦੀ ਰਹੇ, ਤੇ ਉਹ ਨੌਜਵਾਨੀ ਹੋਵੇ ਜਿਹੜੀ ਸਾਡੇ ਵੇਲੇ ਸਾਡੇ ਨਾਲ ਵੋਟਾਂ 'ਚ ਘੁੰਮਦੀ ਹੋਵੇ। ਬਾਦਲ ਦਲ ਨੇ ਫੈਡਰੇਸ਼ਨ ਦੇ ਮੁਕਾਬਲੇ ਉੱਤੇ SOI ਨਾਂ ਦੀ ਇੱਕ ਜਥੇਬੰਦੀ ਖੜੀ ਕਰਤੀ ਬਈ ਜੇਕਰ ਤਾਂ ਫੈਡਰੇਸ਼ਨ ਵਾਲੇ ਨੌਜਵਾਨ ਹੋਣਗੇ ਉਹ ਸਾਨੂੰ ਟੋਕਿਆ ਕਰਨਗੇ ਕਿ ਅਕਾਲੀ ਲੀਡਰੋ ਸ਼ਾਮ ਕਰੋ, ਆ ਜਿਹੜਾ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਉਂਦੇ ਹੋ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹੋ, ਇਹ ਚੀਜ਼ਾਂ ਮਨਜ਼ੂਰ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਦਾ ਮਾਹੌਲ ਇਸ ਵੇਲੇ ਸਿੱਖ ਭਾਈਚਾਰੇ 'ਚ ਬਣਿਆ ਹੋਇਆ ਤੇ ਆਏ ਦਿਨ ਨਵੀਆਂ ਸਮੱਸਿਆਵਾਂ ਪੈਦਾ ਹੋ ਕੇ ਸਾਡੀ ਕੌਮ ਨੂੰ ਬੜੇ ਔਖੇ ਜਿਹੜੇ ਪਰਚੇ ਆ ਪਾ ਰਹੀਆਂ ਨੇ, ਤੇ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਚੇਤਾ ਆ ਰਿਹਾ, ਜਿਹਦੀ ਕਮਾਂਡ ਹੇਠ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਆਪਦੇ ਵੇਲਿਆਂ ਦੇ ਵਿੱਚ ਮੌਕੇ ਦੇ ਜਿਹੜੇ ਚੈਲੰਜ ਸੀਗੇ, ਚੁਣੌਤੀਆਂ ਸੀ, ਉਹਨਾਂ ਨਾਲ ਟੱਕਰ ਲਈ। ਸਾਨੂੰ ਫੈਡਰੇਸ਼ਨ ਦਾ ਨਾਂ ਸੁਣਨ ਸਾਰ ਚਾਅ ਚੜ੍ਹ ਜਾਂਦਾ ਰਿਹਾ, ਕਿਉਂਕਿ ਜਿਨ੍ਹਾਂ ਵੇਲਿਆਂ 'ਚ ਅਸੀਂ ਜਵਾਨ ਹੋਏ, ਸਕੂਲਾਂ ਕਾਲਜਾਂ 'ਚ ਵੜੇ, ਉਦੋਂ ਫੈਡਰੇਸ਼ਨ ਦਾ ਮੈਂਬਰ ਹੋਣਾ ਆਪਣੇ ਆਪ 'ਚ ਇੱਕ ਫਖਰ ਵਾਲੀ, ਇੱਕ ਸ਼ਾਨ ਵਾਲੀ ਗੱਲ ਸੀ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਕੋਈ ਹਿੱਸਾ ਬਣ ਜਾਵੇ, ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖ ਮਿਸਲਾਂ ਦੇ ਵਿੱਚੋਂ ਕਿਸੇ ਮਿਸਲ ਦਾ ਹਿੱਸਾ ਬਣ ਜਾਈਏ, ਇਸ ਤਰੀਕੇ ਦੀ ਗੱਲ ਹੁੰਦੀ ਸੀ। ਸੋ ਜਿਹੜਾ ਅੱਜ ਦਾ ਦਿਨ ਵਾ 13 ਸਤੰਬਰ ਦਾ, ਉਹ ਫੈਡਰੇਸ਼ਨ ਨਾਲ ਸੰਬੰਧਿਤ ਹੈ, ਫੈਡਰੇਸ਼ਨ ਦਾ ਸਥਾਪਨਾ ਦਿਹਾੜਾ, ਤੇ ਅੱਜ ਫੈਡਰੇਸ਼ਨ ਦੇ ਅੱਡ-ਅੱਡ ਧੜਿਆਂ ਨੇ ਦਿਨ ਨੂੰ ਸਮਰਪਿਤ ਆਪਣੀਆਂ ਸਰਗਰਮੀਆਂ ਕੀਤੀਆਂ ਨੇ, ਅਹਿਦ ਕੀਤੇ ਨੇ, ਕੈਂਪ ਲਾਏ ਨੇ, ਕਈ ਪ੍ਰੋਗਰਾਮ ਕੱਲ੍ਹ ਹੋਏ ਨੇ, ਕਈ ਅੱਜ, ਕਈ ਕੱਲ੍ਹ ਵੀ ਹੋਣਗੇ। ਇਹ ਜਿਹੜੇ ਫੈਡਰੇਸ਼ਨ ਦੇ ਅਲੱਗ-ਅਲੱਗ ਧੜੇ ਨੇ, ਇਹ ਆਪੋ ਆਪਣੇ ਢੰਗ ਤਰੀਕੇ ਨਾਲ ਸਰਗਰਮ ਨੇਗੇ ਤੇ ਸਾਨੂੰ ਇਸ ਗੱਲ ਦਾ ਦੁੱਖ ਬੜਾ, ਅਫਸੋਸ ਬੜਾ, ਕਿਉਂਕਿ ਫੈਡਰੇਸ਼ਨ ਦੀ ਜਿਹੜੀ ਚੜ੍ਹਤ ਦੇਖੀ ਹੋਈ ਹੈ ਉਹਦੇ ਸਾਹਮਣੇ ਆਹ ਦਿਨ ਜਿਹੜੇ ਆ ਬੇਹੱਦ ਮਨ ਨੂੰ ਦੁਖੀ ਕਰਨ ਵਾਲੇ ਨੇ। ਅਸਲ ਵਿੱਚ ਸਿੱਖ ਸੰਘਰਸ਼ ਦੇ ਸਿਖਰ ਦੇ ਮੌਕੇ ਹੀ ਦਿੱਲੀ ਦਰਬਾਰ ਨੂੰ, ਭਾਰਤੀ ਖੁਫੀਆ ਏਜੰਸੀਆਂ ਨੂੰ ਫੈਡਰੇਸ਼ਨ ਤੋਂ ਬਹੁਤ ਦੁੱਖ ਆਉਣ ਲੱਗ ਗਿਆ ਸੀ, ਤਕਲੀਫ ਮੰਨਣ ਲੱਗ ਗਈ ਸੀ ਸਰਕਾਰ। ਤਾਂ ਉਹਨਾਂ ਨੇ ਫੈਡਰੇਸ਼ਨ ਦੇ ਟੁਕੜੇ ਕਰਨੇ ਹੀ ਸੀ। ਫੈਡਰੇਸ਼ਨ ਦੇ ਟੁਕੜੇ ਕਰਨ ਦੇ ਵਿੱਚ ਸਰਕਾਰ ਨੂੰ ਕਾਮਯਾਬੀ ਤਾਂ ਮਿਲੀ ਜੇਕਰ ਸਾਡੇ 'ਚ ਘਾਟਾਂ ਸੀ। ਸੋ ਇਸ ਵੇਲੇ ਫੈਡਰੇਸ਼ਨ ਜਿਹੜੀ ਆ ਉਹ ਬਾਦਲ ਦਲ ਦੇ ਧੱਕੇ ਚੜ੍ਹ ਕੇ ਜਿਸ ਤਰੀਕੇ ਦਾ ਰੂਪ ਸਰੂਪ ਅਖਤਿਆਰ ਕਰੀ ਬੈਠੀ ਆ। ਇੱਕ ਤਾਂ ਉਹਨਾਂ ਨੇ ਫੈਡਰੇਸ਼ਨ ਦੇ ਵਿੱਚ ਉਹ ਬਜ਼ੁਰਗ ਬਾਬੇ ਜਿਹੜੇ ਚਿੱਟੀਆਂ ਦਾੜੀਆਂ ਵਾਲੇ, ਜਿਨ੍ਹਾਂ ਦੇ ਪੋਤੇ ਪੋਤੀਆਂ ਜਿਹੜੇ ਨੇ ਉਹ ਸਕੂਲਾਂ ਕਾਲਜਾਂ 'ਚ ਵਿਦਿਆਰਥੀ ਹੋਣਗੇ, ਉਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ ਹੋਈਆਂ ਨੇ। ਦੂਸਰਾ ਇਹ ਹੈਗਾ ਕਿ ਜਿਹੜੇ ਫੈਡਰੇਸ਼ਨ ਦੇ ਨੌਜਵਾਨ ਹੁੰਦੇ ਸੀ ਉਹ ਗੁਰਬਾਣੀ ਨਾਲ, ਧਰਮ ਨਾਲ, ਇਤਿਹਾਸ ਨਾਲ ਜੁੜਨ ਵਾਲੇ ਹੁੰਦੇ ਸੀ, ਪਰ ਬਾਦਲ ਦਲ ਨੂੰ ਭਾਰਤੀ ਏਜੰਡੇ ਤਹਿਤ ਚਾਹੀਦੀ ਸੀ ਉਹ ਨੌਜਵਾਨੀ ਜਿਹੜੀ ਚਾਹੇ ਨਸ਼ੇ ਕਰੇ, ਚਾਹੇ ਮੂੰਹ ਸਿਰ ਮਨਾਈ ਫਿਰੇ, ਚਾਹੇ ਸਿੱਖ ਸਿਧਾਂਤਾਂ ਦੀ ਬਿਲਕੁਲ ਉਲਟ ਚੱਲਦੀ ਰਹੇ, ਤੇ ਉਹ ਨੌਜਵਾਨੀ ਹੋਵੇ ਜਿਹੜੀ ਸਾਡੇ ਵੇਲੇ ਸਾਡੇ ਨਾਲ ਵੋਟਾਂ 'ਚ ਘੁੰਮਦੀ ਫਿਰੇ। ਇਹ ਲੋੜ ਸੀ ਬਾਦਲ ਦਲ ਦੀ। ਸੋ ਬਾਦਲ ਦਲ ਨੇ ਫੈਡਰੇਸ਼ਨ ਦੇ ਮੁਕਾਬਲੇ ਉੱਤੇ SOI ਨਾਂ ਦੀ ਇੱਕ ਜਥੇਬੰਦੀ ਖੜੀ ਕਰਤੀ ਬਈ ਜੇਕਰ ਤਾਂ ਫੈਡਰੇਸ਼ਨ ਵਾਲੇ ਨੌਜਵਾਨ ਹੋਣਗੇ ਉਹ ਸਾਨੂੰ ਟੋਕਿਆ ਕਰਨਗੇ ਕਿ ਅਕਾਲੀ ਲੀਡਰੋ ਸ਼ਾਮ ਕਰੋ, ਆ ਜਿਹੜਾ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾਉਂਦੇ ਹੋ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹੋ, ਸਿੱਖ ਫਲਸਫੇ ਨਾਲ ਵੈਰ ਕਮਾਉਂਦੇ ਹੋ, ਆ ਜਿਹੜਾ ਤੁਸੀਂ ਸਿੱਖ ਇਤਿਹਾਸ ਤਰੋੜ ਕੇ ਪੇਸ਼ ਕਰਨ ਵਾਲੇ RSS ਦੇ ਤੇ ਹੋਰ ਪੰਥ ਦੋਖੀ ਤਾਕਤਾਂ ਦੇ
ਨਾਲ ਲੱਗ ਕੇ ਕੌਮ ਨਾਲ ਵੈਰ ਕਮਾ ਰਹੇ ਹੋ, ਇਹ ਚੀਜ਼ਾਂ ਮਨਜ਼ੂਰ ਨਹੀਂ। ਉਹ ਇਹ ਗੱਲਾਂ ਕਹਿਣ ਵਾਲੇ ਫੈਡਰੇਸ਼ਨ ਦੇ ਨੌਜਵਾਨਾਂ ਦੀ ਬਜਾਏ ਉਹਨਾਂ ਨੂੰ ਚਾਹੀਦੇ ਸੀ ਉਹ ਲੋਕ ਜਿਹੜੇ ਆਪ ਉਹਨਾਂ ਨਾਲੋਂ ਮੂਹਰੇ ਜਾ ਕੇ ਮੰਦਰ ਦੇ ਵਿੱਚ ਜਗਰਾਤਿਆਂ ਵਾਲਿਆਂ ਨੂੰ ਕੱਲੀ ਅੱਖਰ ਪਾਉਣ ਨੂੰ ਤਿਆਰ ਰਹਿਣ। ਇਸੇ ਕਰਕੇ ਫੈਡਰੇਸ਼ਨ ਨੂੰ ਦਿਨੋਂ ਦਿਨ ਲਾਂਭੇ ਕਰਦੇ ਗਏ ਤੇ ਸੂਈ ਲਾਉਂਦੀ ਜਥੇਬੰਦੀ ਜਿਹੜੀ ਆ ਉਭਾਰਨੀ। ਹੁਣ ਇਹ ਜਿਹੜਾ ਸਾਰਾ ਕੁਝ ਅੱਜ ਦੇ ਮਾਹੌਲ ਵਿੱਚ ਵਾ, ਇਹ ਤਾਂ ਸਾਨੂੰ ਦੇਖ ਕੇ ਦੁੱਖ ਹੁੰਦਾ, ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਇਮਾਰਤ ਨੂੰ ਦੇਖ ਕੇ ਜਿਹੜਾ ਸ਼ਾਇਰ ਨੇ ਉਹ ਕਹਿੰਦੇ ਹੁੰਦੇ ਆ ਵੀ ਖੰਡਹਰ ਬਤਾ ਰਹੇ ਹੈ ਕਿ ਜਿਹੜੀ ਇਮਾਰਤ ਸੀ ਉਹ ਕਿਸੇ ਟਾਈਮ ਕਿੰਨੀ ਸ਼ਾਨ ਵਾਲੀ, ਕਿੰਨੀ ਬੁਲੰਦ ਸੀ। ਸੋ ਫੈਡਰੇਸ਼ਨ ਦੀ ਚਰਚਾ ਅੱਜ ਵੀ ਦੁਸ਼ਮਣ ਨੂੰ ਜਾਂ ਦਿੱਲੀ ਨੂੰ ਦਹਿਲਾ ਦੇਣ ਦੇ ਲਈ ਕਾਫੀ ਹੈ, ਨਾਗਪੁਰ ਦੀਆਂ ਨੀਂਦਾਂ ਹਰਾਮ ਕਰ ਦੇਣ ਦੇ ਲਈ ਕਾਫੀ ਹੈ। ਜਦੋਂ ਫੈਡਰੇਸ਼ਨ ਦਾ ਜ਼ਿਕਰ ਛਿੜਦਾ ਤਾਂ ਉਸ ਇਤਿਹਾਸ ਦਾ ਵੀ ਜ਼ਿਕਰ ਛਿੜਦਾ ਜਿਹੜਾ 1978 ਦੇ ਸਾਕੇ ਤੋਂ ਬਾਅਦ ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਦੇ ਪ੍ਰਧਾਨ ਬਣਾਏ ਗਏ ਤੇ ਪੰਥ ਦੋਖੀ ਤਾਕਤਾਂ ਨੂੰ ਨੱਥ ਪਾਈ ਗਈ, ਸਿੱਖੀ ਦੇ ਦੁਸ਼ਮਣਾਂ ਨੂੰ ਸ਼ਰੇਆਮ ਵੰਗਾਰਿਆ ਗਿਆ। ਖਾਸ ਤੌਰ ਦੇ ਉੱਤੇ ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਰਜਾ ਕਰਾਰ ਦੇਣ ਵਾਲੀ ਗੱਲ ਵਾ, ਜਿਹਦੇ ਵਿੱਚ ਦਲ ਖਾਲਸਾ ਜਥੇਬੰਦੀ ਨੇ ਵੀ ਮੋਹਰੀ ਭੂਮਿਕਾ ਨਿਭਾਈ, ਟਕਸਾਲ ਨੇ ਵੀ ਆਪਦੀ ਜ਼ਿੰਮੇਵਾਰੀ ਨਿਭਾਈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਭਾਈ ਅਮਰੀਕ ਸਿੰਘ ਵਰਗੀ ਸ਼ਖਸੀਅਤ ਸਾਹਮਣੇ ਉੱਭਰ ਕੇ ਆਈ। ਤੇ ਉਸ ਦੌਰ ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਤੇ ਫੈਡਰੇਸ਼ਨ ਦੇ ਨੌਜਵਾਨਾਂ ਨੇ ਉਸ 1982 ਤੋਂ ਚੱਲੇ ਧਰਮ ਯੁੱਧ ਮੋਰਚੇ ਦੌਰਾਨ ਜੋ ਕੀਤਾ ਸੋ ਕੀਤਾ, ਪਰ 1982 ਤੋਂ ਲੈ ਕੇ 84 ਤੱਕ ਦਾ ਸਮਾਂ ਲੰਘਣ ਤੋਂ ਬਾਅਦ 84 ਤੋਂ ਬਾਅਦ ਵਿੱਚ ਜਦੋਂ ਖੰਡੇ ਦੀ ਧਾਰ ਦੀ ਮਾਹੌਲ ਵਾਲਾ ਜਿਹੜਾ ਮਾਹੌਲ ਬਣਿਆ, ਜਿਹੜਾ ਖੰਡੇ ਦੀ ਧਾਰ ਤੇ ਚੱਲਣ ਵਾਲਾ ਮਾਹੌਲ ਸੀ, ਜਿਹਦੇ ਵਿੱਚ ਹਥਿਆਰਬੰਦ ਸਿੱਖ ਸੰਘਰਸ਼ ਦਾ ਬਿਗਲ ਵੱਜਿਆ, ਜਿਹਦੇ ਵਿੱਚ ਖਾਲਿਸਤਾਨ ਦਾ ਝੰਡਾ ਬੁਲੰਦ ਹੋਇਆ, ਜਿਹਦੇ ਵਿੱਚ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਲਈ ਸਿਰ ਦੇਣ ਤੇ ਸਿਰ ਲੈਣ ਦਾ ਅਮਲੀ ਤੌਰ ਤੇ ਤਜਰਬਾ ਜਿਹੜਾ ਸੀ ਸਿੱਖਾਂ ਨੂੰ ਦੁਨੀਆ ਨੇ ਦੇਖਿਆ ਕਰਦਿਆਂ ਨੂੰ, ਉਸ ਦੌਰ ਦੇ ਵਿੱਚ ਫੈਡਰੇਸ਼ਨ ਨੇ ਫਿਰ ਜੋ ਸਿਖਰਾਂ ਛੁਈਆਂ, ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਜਾਂ ਉਹਨਾਂ ਤੋਂ ਬਾਅਦ ਵਿੱਚ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ, ਤੇ ਉਸ ਤੋਂ ਬਾਅਦ ਵਿੱਚ ਜੋ ਸਾਡੇ ਸਾਹਮਣੇ ਇਸ ਵੇਲੇ ਮਾਹੌਲ ਚੱਲ ਰਿਹਾ ਉਹ ਹੈ। ਸੋ ਅਸੀਂ ਜਦੋਂ ਫੈਡਰੇਸ਼ਨ ਦਾ ਇਤਿਹਾਸ ਜਾਣਦੇ ਹਾਂ, ਉਹਦੇ ਵਿੱਚ ਇਹਦਾ ਸ਼ਾਸਤਰ ਅਤੇ ਸ਼ਾਸਤਰ ਦੋਨਾਂ ਪੱਖਾਂ ਵਾਲਾ ਹੀ ਇਤਿਹਾਸ ਸਾਡੇ ਸਾਹਮਣੇ। ਮੈਂ ਬੀਤੇ ਸਮੇਂ ਵੱਲ ਜੇ ਨਜ਼ਰ ਮਾਰਾਂ ਤਾਂ ਅੱਜ ਤੋਂ 7-8 ਦਹਾਕੇ ਪਹਿਲਾਂ ਜਦੋਂ ਅਜੇ ਇੰਡੋ ਪਾਕ ਵੰਡ ਨਹੀਂ ਸੀ ਹੋਈ, ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦਿਨਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਹਰ ਕੌਮ ਦੇ ਲੋਕਾਂ ਨੇ ਆਪੋ ਆਪਦੀ ਕੌਮ ਦੇ ਲੋਕਾਂ ਨੂੰ, ਵਿਦਿਆਰਥੀਆਂ ਨੂੰ ਲਾਮਬੰਦ ਕਰਨ ਦੇ ਲਈ ਜਥੇਬੰਦੀਆਂ ਬਣਾਈਆਂ ਸੀ। ਮੁਸਲਿਮ ਸਟੂਡੈਂਟਸ ਯੂਨੀਅਨ ਬਣੀ, ਹਿੰਦੂਆਂ ਨੇ ਆਪਦੀ ਜਥੇਬੰਦੀ ਬਣਾਈ, ਇਵੇਂ ਹੀ ਕਮਿਊਨਿਸਟਾਂ ਨੇ ਵੀ ਬਣਾਈ। ਤੇ ਇਸ ਮਾਹੌਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ 1943 ਨੂੰ ਜਿਹੜਾ ਕਪੂਰਥਲੇ ਦਾ ਪਤਤ ਮਹਾਰਾਜਾ ਸੀ ਉਹਨੂੰ ਸੱਦਿਆ ਗਿਆ ਸੀ, ਉਹਦੇ ਖਿਲਾਫ ਇੱਥੇ ਨੌਜਵਾਨਾਂ ਨੇ ਵਿਰੋਧ ਕੀਤਾ ਸੀ, ਤਾਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ, ਜੇਲ੍ਹ ਵੀ ਭੇਜਿਆ ਗਿਆ। ਪਰ ਇੱਥੋਂ ਫਿਰ ਇੱਕ ਨਵੀਂ ਲਹਿਰ ਸਿੱਖਾਂ ਦੇ ਵਿੱਚ ਪੈਦਾ ਹੋਈ, ਜਿਹਦੇ ਵਿੱਚ ਸਿੱਖ ਨੌਜਵਾਨ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਅਖੀਰ ਜਿਹੜਾ ਸੀਗਾ ਫੈਡਰੇਸ਼ਨ ਦਾ ਉਹ ਮੁੱਢ ਬੰਨਿਆ ਗਿਆ। ਤੇ ਇਉਂ ਫਿਰ 13 ਸਤੰਬਰ 1944 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਜਿਹੜੀ ਆ ਆਰੰਭਤਾ ਹੁੰਦੀ ਹੈ ਤੇ ਸਰਦਾਰ ਸਰੂਪ ਸਿੰਘ ਜੀ ਪਹਿਲੇ ਪ੍ਰਧਾਨ ਜਿਹੜੇ ਆ ਇਹਦੇ ਬਣਦੇ। ਫੈਡਰੇਸ਼ਨ ਦੇ ਜਿਹੜੇ ਨਿਸ਼ਾਨੇ ਸੀਗੇ ਉਹਦੇ 'ਚ ਇਹ ਸੀ ਕਿ ਸਿੱਖ ਸਟੂਡੈਂਟਸ ਨੂੰ, ਸਿੱਖ ਵਿਦਿਆਰਥੀਆਂ ਨੂੰ ਲਾਮਬੰਦ ਕਰਨਾ ਹੈ ਤੇ ਸਿੱਖ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਦੀ ਹਿਫਾਜ਼ਤ ਕਰਨੀ ਹੈ। ਸਿੱਖ ਵਿਦਿਆਰਥੀਆਂ ਦੇ ਮਨਾਂ ਵਿੱਚ ਗੁਰੂ ਸਾਹਿਬਾਨ ਦੇ ਉੱਚੇ ਅਤੇ ਸੁੱਚੇ ਫਲਸਫੇ ਵਾਸਤੇ ਲਗਾਓ ਪੈਦਾ ਕਰਨਾ, ਪਿਆਰ ਪੈਦਾ ਕਰਨਾ ਤੇ ਸਿੱਖ ਵਿਦਿਆਰਥੀਆਂ ਨੂੰ ਸਿੱਖੀ ਦੇ ਕੀਮਤੀ ਵਿਰਸੇ ਦੀ ਸੋਝੀ ਕਰਾਉਣੀ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਕਲਚਰ, ਸਿੱਖ ਤਵਾਰੀਖ, ਸਿੱਖ ਰਹਿਤ ਮਰਿਆਦਾ ਤੇ ਸਿੱਖ ਰਹਿਣੀ ਬਹਿਣੀ ਬਾਰੇ ਵਿਚਾਰ ਵਟਾਂਦਰੇ ਤੇ ਖੋਜ ਬੈਠਕਾਂ ਦਾ ਇੰਤਜ਼ਾਮ ਕਰਨਾ ਹੈ। ਸਿੱਖ ਸਟੂਡੈਂਟਸ ਦੇ ਵਿੱਚ ਆਪਦੀ ਵੱਖਰੀ ਕੌਮੀ ਹਸਤੀ ਤੇ ਅੱਡਰੀ ਕੌਮ ਦਾ ਅਹਿਸਾਸ ਪੈਦਾ ਕਰਨਾ ਤੇ ਉਹਨਾਂ ਨੂੰ ਅਜਿਹਾ ਮਾਹੌਲ ਘੜਨ ਵਾਸਤੇ ਤਿਆਰ ਕਰਨਾ ਹੈ ਜਿਸ ਵਿੱਚ ਸਿੱਖ ਕੌਮ ਦੇ ਕੌਮੀ ਨਿਸ਼ਾਨੇ ਅਤੇ ਖਾਹਿਸ਼ਾਂ ਪੂਰੀ ਤਰ੍ਹਾਂ ਵੱਧ ਫੁੱਲ ਸਕਣ। ਸਿੱਖਾਂ ਦੀ ਧਾਰਮਿਕ, ਸਿਆਸੀ, ਤਾਲੀਮੀ, ਸਮਾਜਿਕ, ਭਾਈਚਾਰਕ ਅਤੇ ਮਾਲੀ ਤਰੱਕੀ ਵਾਸਤੇ ਸਿੱਖ ਪਾੜਿਆਂ ਵਿੱਚ ਸੇਵਾ ਬਿਰਤੀ ਅਤੇ ਮਾਹੌਲ ਪੈਦਾ ਕਰਨਾ। ਸੋ ਇਹ ਜਿਹੜੇ ਨਿਸ਼ਾਨੇ ਲੈ ਕੇ ਖਾਲਸੇ ਦੀ ਚੜ੍ਹਦੀ ਕਲਾ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ ਜਥੇਬੰਦੀ ਸਿਰਜੀ ਗਈ। ਇਹਦੇ ਵਿਦਿਆਰਥੀਆਂ ਦੀ ਜਿਹੜੀ ਸਪਿਰਿਟ ਸੀ, ਜਿਹੜੀ ਭਾਵਨਾ ਸੀ, ਉਹਦੀ ਇਤਿਹਾਸਕ ਤੌਰ ਤੇ ਚਰਚਾ ਕਰਨੀ ਬਣਦੀ ਹੈ।
ਕਿ ਜਦੋਂ ਇਹ ਜਥੇਬੰਦੀ ਦੇ ਨੌਜਵਾਨ ਅੱਗੇ ਸਰਗਰਮ ਹੋਏ ਤਾਂ ਅਮਰ ਸੰਚਾਰ ਦਾ ਪ੍ਰੋ ਬਣਿਆ, ਜੀ ਚ 51 ਸਿੱਖ ਨੌਜਵਾਨਾਂ ਨੇ ਜਦੋਂ ਖੰਡੇ ਦੀ ਪਹੁਲ ਲਈ ਆ ਤਾਂ ਅੰਮ੍ਰਿਤ ਸੰਚਾਰ ਕਰਾਉਣ ਵਾਲਿਆਂ ਦੇ ਵਿੱਚ ਉਸ ਵੇਲੇ ਦੇ ਜਿਹੜੇ ਸਿੱਖ ਸ਼ਖਸੀਅਤਾਂ ਦੇ ਵਿੱਚ ਸਿਖਰਲੇ ਸਿੱਖ ਸੀਗੇ, ਉਹਨਾਂ ਨੇ ਹਾਜ਼ਰੀ ਭਰੀ ਸੀਗੀ। ਮਾਸਟਰ ਤਾਰਾ ਸਿੰਘ ਜੀ, ਬਾਬਾ ਹਰਕਿਸ਼ਨ ਸਿੰਘ ਜੀ, ਪ੍ਰਿੰਸੀਪਲ ਜੋਧ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਜਥੇਦਾਰ ਮੋਹਨ ਸਿੰਘ, ਜਿਹੜੇ ਕਿ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ। ਉਦੋਂ ਖੰਡੇ ਦੀ ਪਹੁਲ ਇਹਨਾਂ 5 ਸਿੰਘਾਂ ਨੇ ਤਿਆਰ ਕੀਤੀ ਸੀ। ਉਹ ਇਹਨਾਂ ਸਿੰਘਾਂ ਨੇ ਅੰਮ੍ਰਿਤ ਉਦੋਂ ਜਦੋਂ 51 ਪਾੜਿਆਂ ਨੇ ਛਕਿਆ ਤਾਂ ਇਸ ਤਰੀਕੇ ਨਾਲ ਇੱਕ ਵਿਦਿਆਰਥੀਆਂ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ, ਧਾਰਾਂ ਨਾਲ ਬਾਣੀ ਤੇ ਬਾਣੇ ਨਾਲ ਜੋੜਨ ਦੀ ਜਿਹੜੀ ਲਹਿਰ ਉਹ ਫਿਰ ਅੱਗੇ ਚੱਲੀ, ਜਿਹਦੇ ਵਿੱਚ ਫੈਡਰੇਸ਼ਨ ਦੇ ਪ੍ਰੋਗਰਾਮਾਂ ਨੂੰ, ਨਿਸ਼ਾਨੇ ਨੂੰ ਅੱਗੇ ਜਿਹੜਾ ਹੈਗਾ ਉਹ ਤੋਰਿਆ ਗਿਆ। ਦੂਜਾ ਇਜਲਾਸ ਜਿਹੜਾ ਸੀਗਾ ਉਹ 1946 ਨੂੰ ਗੋਲਬਾਗ ਲਾਹੌਰ 'ਚ ਹੋਇਆ ਸੀਗਾ, ਜਿੱਥੇ ਸ਼ਰੇਆਮ ਆਜ਼ਾਦ ਸਿੱਖ ਰਾਜ ਦੇ ਮਤੇ ਦੀ ਗੱਲ ਹੋਈ, ਨਾਅਰੇਬਾਜ਼ੀ ਵੀ ਹੋਈ। ਉੱਥੇ ਖੁਦ ਮੁਖਤਿਆਰ ਸਿੱਖ ਸਟੇਟ ਦਾ ਮਤਾ ਜਿਹੜਾ ਸੀਗਾ ਉਹ ਸਰਦਾਰ ਅਮਰ ਸਿੰਘ ਅੰਬਾਲਵੀ ਨੇ ਪੇਸ਼ ਕੀਤਾ ਤੇ ਸਰਦਾਰ ਸਵਰਨ ਸਿੰਘ, ਜਿਹੜਾ ਕਿ ਬਾਅਦ ਚ ਨਹਿਰੂ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਬਣਿਆ, ਉਹਨੇ ਇਹਨੂੰ ਤਾਇਦ ਕੀਤਾ ਸੀਗਾ। ਤੇ ਈਸ਼ਰ ਸਿੰਘ ਮਝੈਲ, ਜਿਹੜਾ ਕਿ ਬਾਅਦ ਵਿੱਚ ਪੰਜਾਬ ਦੇ ਵਿੱਚ ਵਜ਼ੀਰ ਵੀ ਰਹੇ ਆ, ਉਹਨੇ ਇਹਨੂੰ ਤਾਇਦ ਕੀਤਾ ਸੀ। 2 ਬੰਦਿਆਂ ਨੇ ਇਹਨੂੰ ਤਾਇਦ ਕੀਤਾ ਸੀ। ਤੋਂ ਫੈਡਰੇਸ਼ਨ ਦਾ ਇਹ ਮਤਾ ਜਿਹੜਾ ਸੀਗਾ ਉਹ ਆਪਣੇ ਆਪ ਚ ਬਹੁਤ ਅਹਿਮ ਆ ਕਿ ਖਾਲਸੇ ਦਾ ਰਾਜ ਜਿਹੜਾ ਹੈ, ਸਿੱਖ ਰਾਜ ਜਿਹਨੂੰ ਕਹਿੰਦੇ ਆ, ਆਜ਼ਾਦ ਸਿੱਖ ਰਾਜ, ਉਹਦੀ ਗੱਲ 1946 ਦੇ ਦਿਨਾਂ ਵਿੱਚ ਫੈਡਰੇਸ਼ਨ ਕਰਨ ਲੱਗ ਪਈ ਸੀ। ਪਰ ਹਾਲਾਤ ਜਿਹੜੇ ਸੀ ਉਹਨਾਂ ਨੇ ਵਫਾ ਨਹੀਂ ਕੀਤੀ। ਪੰਜਾਬ ਦੀ ਵੰਡ ਕੀਤੀ, ਜਿਹਦੇ ਵਿੱਚ ਅੱਧਾ ਪੰਜਾਬ ਜਿਹੜਾ ਸੀ ਉਹ ਪਾਕਿਸਤਾਨ ਨੂੰ ਮਿਲ ਗਿਆ, ਅੱਧਾ ਪੰਜਾਬ ਭਾਰਤ ਵਾਲੇ ਪਾਸੇ ਆ ਗਿਆ। ਉਹ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਇਹਨਾਂ ਗਲਤੀਆਂ ਦਾ ਸ਼ਿਕਾਰ ਹੋ ਕੇ ਫਿਰ ਇਸ ਭਾਰਤੀ ਹਾਕਮਾਂ ਦੇ ਨਾਲ ਲੜਨ ਭਿੜਨ ਲੱਗ ਪਈ, ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ। ਜਿਹੜਾ ਇਹ ਨਵਾਂ ਮਾਹੌਲ ਬਣਦਾ, ਜਿਹਦੇ ਚ ਜਦੋਂ ਸੰਵਿਧਾਨ ਬਣਾਇਆ ਗਿਆ ਉਹਦੇ ਚ ਵੀ ਸਿੱਖਾਂ ਦੀ ਕੋਈ ਕਦਰ ਨਹੀਂ ਕੀਤੀ ਗਈ। ਇਸ ਨਵੇਂ ਮਾਹੌਲ ਦੇ ਵਿੱਚ ਫਿਰ ਫੈਡਰੇਸ਼ਨ ਨੇ ਵੀ ਲਾਮਬੰਦ ਹੋ ਕੇ ਇੱਕ ਜ਼ੋਰਦਾਰ ਜਿਹੜੀ ਦੁਬਾਰਾ ਨਵੇਂ ਸਿਰਿਓਂ ਸ਼ੇਰ ਵਾਲੀ ਦਹਾੜ ਆ ਉਹ ਮਾਰੀ ਤੇ ਸਿੱਖ ਨੌਜਵਾਨੀ ਜਿਹੜੀ ਆ ਉਹ ਦੁਬਾਰਾ ਲਾਮਬੰਦ ਹੋ ਕੇ ਕੈਂਪ ਲੱਗਣ ਲੱਗ ਗਏ, ਕਾਨਫਰੰਸਾਂ ਹੋਣ ਲੱਗ ਗਈਆਂ, ਇਜਲਾਸ ਸੱਦੇ ਜਾਣ ਲੱਗ ਪਏ। ਸੋ ਇਹ ਚੱਕਰ ਜਿਹੜਾ ਸੀਗਾ ਨਵੇਂ ਸਿਰਿਓਂ ਜਦੋਂ ਚੱਲਿਆ ਤੇ ਇਹਨੂੰ ਸਿਖਰ ਤੇ ਲਿਜਾਣ ਵਿੱਚ ਸਰਦਾਰ ਜਸਵੰਤ ਸਿੰਘ ਨੇਕੀ ਜਦੋਂ ਪ੍ਰਧਾਨ ਬਣੇ, ਉਹਨਾਂ ਨੇ ਬਹੁਤ ਦਿਲੋਂ ਇਸ ਕੰਮ ਲਈ ਮਿਹਨਤ ਕੀਤੀ। ਸਰਦਾਰ ਜਸਵੰਤ ਸਿੰਘ ਨੇਕੀ ਜਿਹੜੇ ਆ, ਉਹਨਾਂ ਦੀਆਂ ਕਿਤਾਬਾਂ ਅੱਜ ਜਦੋਂ ਪੜ੍ਹਦੇ ਆ ਤਾਂ ਉਹਨਾਂ ਦੇ ਅੰਦਰਲੇ ਸਿੱਖ ਜਿਹੜਾ ਹੈਗਾ ਉਹਦੀ ਬੁਲੰਦੀ ਦਾ ਅਹਿਸਾਸ ਹੁੰਦਾ ਕਿ ਕਮਾਲ ਦੇ ਉਹ ਲੋਕ ਸੀਗੇ ਜਿਨ੍ਹਾਂ ਨੇ ਆਪਦਾ ਜਿਹੜਾ ਜਵਾਨੀ ਦਾ ਗੋਲਡਨ ਪੀਰੀਅਡ ਸੀਗਾ ਉਹ ਫੈਡਰੇਸ਼ਨ ਦੇ ਲੇਖੇ ਲਾਇਆ। ਉਹਨਾਂ ਦਿਨਾਂ 'ਚ ਕੈਂਪ ਲੱਗਦੇ ਸੀ, ਸਿੱਖ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਗੁਰਮਤ ਨਾਲ ਜੋੜਿਆ ਜਾਂਦਾ ਸੀ। ਇਹ ਜਿਹੜੀ ਫੈਡਰੇਸ਼ਨ ਦੀ ਸਾਰੀ ਕਾਰਗੁਜ਼ਾਰੀ ਸੀਗੀ ਇਹ ਨਵੇਂ ਸਿੱਖ ਆਗੂ ਪੈਦਾ ਕਰਦੀ ਸੀ, ਨਵੇਂ ਸਿੱਖ ਸਾਹਿਤਕਾਰ ਪੈਦਾ ਕਰਦੀ ਸੀ, ਸਿੱਖ ਨੌਜਵਾਨਾਂ ਨੂੰ ਕਾਰੋਬਾਰਾਂ ਦੇ ਵਿੱਚ ਵੱਡੇ ਬਿਜ਼ਨਸਮੈਨ ਬਣਨ ਦੇ ਵਿੱਚ ਤੇ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧਣ ਦੇ ਲਈ ਫੈਡਰੇਸ਼ਨ ਜਿੱਥੇ ਅਗਵਾਈ ਕਰਦੀ ਰਹੀ ਹੈ, ਉੱਥੇ ਜਿਹੜੇ ਲੀਡਰਸ਼ਿਪ ਆ, ਸਿੱਖ ਲੀਡਰਸ਼ਿਪ, ਉਹਨੂੰ ਉਭਾਰਨ ਲਈ ਪਲੇਟਫਾਰਮ ਦੇ ਤੌਰ ਤੇ ਵੀ ਫੈਡਰੇਸ਼ਨ ਨੇ ਬਹੁਤ, ਕਿਉਂਕਿ ਬਹੁਤ ਸਾਰੇ ਅਕਾਲੀ ਲੀਡਰ ਨੇ ਜਿਹੜੇ ਪਹਿਲਾਂ ਫੈਡਰੇਸ਼ਨਿਸਟ ਬਣੇ, ਉਹਨਾਂ ਨੇ ਫੈਡਰੇਸ਼ਨ ਦੀਆਂ ਸਰਗਰਮੀਆਂ ਦੇ ਵਿੱਚ ਸਿੱਖਿਆ ਤੇ ਧਰਮ ਨੂੰ, ਬਾਣੀ ਨੂੰ, ਇਤਿਹਾਸ ਨੂੰ ਸਮਝਿਆ। ਉਸ ਦੌਰ ਦੇ ਬਹੁਤ ਸਾਰੇ ਸਿੱਖ ਆਗੂ ਜਿਹੜੇ ਆ ਉਹ ਫੈਡਰੇਸ਼ਨ ਨੂੰ ਆਪਦੀ ਨਰਸਰੀ ਮੰਨਦੇ ਸੀ ਤੇ ਅਸੀਂ ਤਾਂ ਉੱਥੋਂ ਆਏ। ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਭਾਈ ਗੁਰਮੀਤ ਸਿੰਘ ਆ ਮੁਕਤਸਰ ਵਾਲੇ, ਉਹਨਾਂ ਨੇ ਫੈਡਰੇਸ਼ਨ ਦੀ ਪ੍ਰਧਾਨਗੀ ਸੰਭਾਲੀ ਤੇ ਬਾਅਦ ਵਿੱਚ ਇਹ ਸਰਦਾਰ ਗੁਰਮੀਤ ਸਿੰਘ ਜਿਹੜੇ ਆ ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਆਖੇ ਲੱਗ ਕੇ ਉਹਨਾਂ ਦਾ ਹੁਕਮ ਮੰਨ ਕੇ ਅਕਾਲੀ ਦਲ ਦਾ ਹਿੱਸਾ ਬਣ ਗਏ। ਤੇ ਇਸ ਦੌਰ ਵਿੱਚ ਸਰਦਾਰ ਗੁਰਮੀਤ ਸਿੰਘ ਦੇ ਪ੍ਰਧਾਨਗੀ ਦੇ ਦੌਰ ਵਿੱਚ ਵੀ ਖਾਲਸਾ ਜੀ ਦੇ ਬੋਲਬਾਲੇ ਕਰਨ ਵਾਲੀ ਜਿਹੜੀ ਬਿਰਤੀ ਸੀ ਫੈਡਰੇਸ਼ਨ ਦੀ, ਉਹਨੇ ਬਹੁਤ ਬੁਲੰਦੀ ਹਾਸਲ ਕੀਤੀ ਤੇ ਸਿੱਖ ਨੌਜਵਾਨੀ ਦੇ ਅੰਦਰ ਨਵੀਂ ਚੇਤਨਾ ਜਿਹੜੀ ਆ ਉਹ ਵੱਧਦੀ ਫੁੱਲਦੀ ਰਹੀ। ਇਹ ਸਾਰੇ ਸਮੇਂ ਦੌਰਾਨ ਸਰਦਾਰ ਸਤਵੀਰ ਸਿੰਘ ਦੀ ਪ੍ਰਧਾਨਗੀ ਆਉਂਦੀ ਹੈ। ਫਿਰ ਇੱਕ ਵੇਲਾ ਉਹ ਵੀ ਆਉਂਦਾ ਜਦੋਂ ਇੱਕ ਸਹਿਜਧਾਰੀ ਜਿਹੜਾ ਸੀਗਾ ਭਾਈ ਹਰਬੰਸ ਲਾਲ, ਉਹਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਗਿਆ। ਸੋ ਜਿਹੜਾ ਇਹ ਕਿਹਾ ਜਾਂਦਾ ਕਿ ਜੀ ਇਹ ਕੱਟੜਪੰਥੀ ਆ, ਜੀ ਮਾੜੇ ਆ, ਜੇ ਆ ਵੋ ਆ, ਉਹ ਜਿਹੜੇ
ਸਿੱਖ ਸਿੱਖੀ ਵੱਲ ਨੂੰ ਆ ਸਕਦੇ ਆ, ਜਿਹੜੇ ਸਹਿਜਧਾਰੀ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਵਿੱਚੋਂ ਹਰਬੰਸ ਲਾਲ ਨੂੰ, ਡਾਕਟਰ ਨੂੰ, ਜਿਹੜੇ ਕਿ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਜਾਂ ਸਾਰੇ ਆਉਂਦੇ ਜਾਂਦੇ ਜਦੋਂ ਭਾਰਤ 'ਚ, ਅੱਜ ਵੀ ਉਹਨਾਂ ਦੀ ਜਦੋਂ ਅਸੀਂ ਕਈ ਵਾਰੀ ਗੱਲਾਂ ਪੜ੍ਹਦੇ ਸੁਣਦੇ ਆ ਅਖਬਾਰਾਂ 'ਚ ਤੇ ਬੜਾ ਚੰਗਾ ਲੱਗਦਾ। ਉਹ ਫੈਡਰੇਸ਼ਨ ਦੇ ਪ੍ਰਧਾਨ ਬਣੇ ਆ, ਉਹਨਾਂ ਚੋਂ ਬਾਅਦ 'ਚ ਪ੍ਰੋਫੈਸਰ ਭਰਪੂਰ ਸਿੰਘ ਪ੍ਰਧਾਨ ਬਣੇ ਆ। ਤੇ ਇਹ ਸਾਰੇ ਜਿਹੜੇ ਉਹਨਾਂ ਵੇਲਿਆਂ ਦੇ ਆਗੂ ਜਾਂ ਫੈਡਰੇਸ਼ਨ ਦੇ ਆਗੂ ਜਾਂ ਫੈਡਰੇਸ਼ਨ ਨਾਲ ਸੰਬੰਧਿਤ ਸਾਡੇ ਮਿੱਤਰ ਪਿਆਰੇ ਰਹੇ ਆ। ਇਹਨਾਂ ਸਾਰਿਆਂ ਦੀ ਇੱਕ ਖੂਬਸੂਰਤੀ ਆ ਕਿ ਜ਼ਿੰਦਗੀ ਦੇ ਵਿੱਚ ਬੇਸ਼ੱਕ ਉਹ ਬਾਅਦ ਵਿੱਚ ਕਿਸੇ ਵੀ ਫੀਲਡ ਵਿੱਚ ਗਏ, ਪਰ ਉਹਨਾਂ ਨੇ ਜਿਹੜਾ ਫੈਡਰੇਸ਼ਨ ਤੋਂ ਸਿੱਖਿਆ ਸੀ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਮ ਆਉਂਦਾ ਰਿਹਾ। ਸੋ ਜਿਹੜਾ ਸਿੱਖ ਵਿਦਿਆਰਥੀਆਂ ਦੇ ਅੰਦਰ ਖਾਲਸਾਈ ਜਜ਼ਬੇ ਪੈਦਾ ਕਰਨੇ, ਉਹਨਾਂ ਨੂੰ ਆਪਦੀ ਰਹਿਤ ਬਹਿਤ ਧਰਮ ਨਾਲ ਜੋੜਨ ਦਾ ਕੰਮ ਸੀ, ਉਹ ਫੈਡਰੇਸ਼ਨ ਕਰਦੀ ਰਹੀ। ਪਰ ਇੱਕ ਵਕਤ ਉਹ ਆਇਆ ਜਦੋਂ ਅਕਾਲੀ ਦਲ ਦੇ ਅੰਦਰ ਵੀ ਬਹੁਤ ਵੱਡੇ ਪੱਧਰ ਤੇ ਨਿਰਾਸ਼ਾ ਸੀ, ਜਦੋਂ ਸਿੱਖ ਸੰਘਰਸ਼ ਦੇ ਦੌਰ ਵਿੱਚ ਸੀ, ਜਦੋਂ ਬਹੁਤ ਕਸ਼ਮਕਸ਼ ਦਾ ਦੌਰ ਸੀਗਾ ਕਿ ਫੈਡਰੇਸ਼ਨ ਆਪਦਾ ਉਹ ਜਲਵਾ ਜਿਹੜਾ ਇੱਕ ਵਾਰੀ ਗਵਾ ਚੁੱਕੀ ਸੀਗੀ। ਤੇ ਉਸ ਮਾਹੌਲ ਦੇ ਵਿੱਚ ਕੁਝ ਸਾਲ ਹੀ ਇਹੋ ਜਿਹੇ ਲੰਘੇ ਆ ਜਦੋਂ ਫੈਡਰੇਸ਼ਨ ਦੀਆਂ ਸਰਗਰਮੀਆਂ ਜਿਹੜੀਆਂ ਸੀ ਉਹ ਨਾ ਹੋਣ ਦੇ ਬਰਾਬਰ ਸੀਗੀਆਂ। ਪਰ 1978 ਦੇ ਸਾਕੇ ਤੋਂ ਬਾਅਦ ਵਿੱਚ ਜਿਹੜੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਸੰਬੰਧਿਤ ਆਗੂ ਚਿਹਰੇ ਸੀਗੇ, ਉਹਨਾਂ ਸਾਰਿਆਂ ਨੂੰ ਇਹ ਦੁਬਾਰਾ ਮਹਿਸੂਸ ਹੋਇਆ ਕਿ ਆਪਾਂ ਨੂੰ ਕੁਝ ਕਰਨਾ ਚਾਹੀਦਾ। ਇੱਥੇ ਮੈਂ ਗੱਲ ਨੂੰ ਰੋਕ ਕੇ ਤੁਹਾਨੂੰ ਫਿਰ ਗੱਲ ਕਰਨੀ ਚਾਹੁੰਦਾ। ਬੀਤੇ 2 ਸਾਲਾਂ ਤੋਂ ਫਿਰ ਅਸੀਂ ਇਹ ਭਾਵਨਾ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਸਿੱਖ ਬੀਤੇ ਦੌਰ ਦੇ ਵਿੱਚ ਫੈਡਰੇਸ਼ਨ ਦੇ ਸਰਗਰਮੀਆਂ ਦੇ ਵਿੱਚ ਧੁਰਾ ਬਣ ਕੇ ਵਿਚਰੇ ਆ, ਉਹ ਹੁਣ ਉਹੀ ਪੀੜ ਜਿਹੜੀ 1978 ਦੇ ਮਾਹੌਲ 'ਚ ਪੈਦਾ ਹੋਈ ਸੀ, ਉਸ ਵੇਲੇ ਦੇ ਪੁਰਾਣੇ ਫੈਡਰੇਸ਼ਨ ਨੇ ਮਹਿਸੂਸ ਕੀਤੀ ਸੀ, ਉਹੋ ਜਿਹੀ ਪੀੜ ਅੱਜ ਕੁਝ ਪੁਰਾਣੇ ਫੈਡਰੇਸ਼ਨ ਮਹਿਸੂਸ ਕਰ ਰਹੇ ਆ। ਹੋ ਸਕਦਾ ਸੱਚੇ ਪਾਤਸ਼ਾਹ ਕੋਈ ਕਿਰਪਾ ਕਰਨ, ਉਦੋਂ ਉਹਨਾਂ ਦਿਨਾਂ ਦੇ ਵਿੱਚ 1978 ਦੇ ਸਾਕੇ ਤੋਂ ਬਾਅਦ ਭਾਈ ਅਮਰੀਕ ਸਿੰਘ ਦੀ ਪ੍ਰਧਾਨਗੀ ਦਾ ਦੌਰ ਹੋਣ। ਉਹ ਭਾਈ ਅਮਰੀਕ ਸਿੰਘ ਜਿਹੜੇ ਆ ਜਦੋਂ ਪ੍ਰਧਾਨ ਬਣੇ, ਉਸ ਤੋਂ ਬਾਅਦ 'ਚ ਫਿਰ ਦੁਬਾਰਾ ਜਿਹੜਾ ਸੀਗਾ ਸਿੱਖੀ ਦੀ ਚੜ੍ਹਦੀ ਕਲਾ ਵਾਲਾ ਮਾਹੌਲ ਫੈਡਰੇਸ਼ਨ ਰਾਹੀਂ ਸਿਰਜਿਆ ਗਿਆ, ਜਿਹਦੇ ਵਿੱਚ ਖਾਲਸਾਈ ਪਰਚਮ ਚਲਾਉਣ ਦੀ ਗੱਲ ਜਿਹੜੀ ਆ ਉਹ ਦੁਬਾਰਾ ਸਿਖਰਾਂ ਛੂਹਣ ਲੱਗੀ। ਜਿਵੇਂ ਮੈਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਵੀ ਗੱਲ ਕੀਤੀ ਆ ਕਿ ਸਾਡੇ ਵੇਲਿਆਂ ਦੇ ਵਿੱਚ ਭਾਈ ਅਮਰੀਕ ਸਿੰਘ, ਭਾਈ ਹਰਮਿੰਦਰ ਸਿੰਘ ਸੰਧੂ, ਜਿਹੜੇ ਹੋਰ ਮਹਿਤਾ ਚਾਵਲਾ ਸਮੇਤ ਹੋਰ ਬਹੁਤ ਸਾਰੇ ਨਾਂ ਸੀ ਜਿਨ੍ਹਾਂ ਦੀ ਇੱਕ ਆਪਣੇ ਆਪ ਦੇ ਵਿੱਚ ਗ੍ਰੇਸ, ਇੱਕ ਸ਼ਾਨ ਰਹੀ। ਠੀਕ ਆ, ਇਤਿਹਾਸ ਦੇ ਵਿੱਚ ਦੌਰ ਦੇ ਵਿੱਚ ਕਈ ਚਿਹਰੇ ਜਿਹੜੇ ਆ ਕਿਸੇ ਰੂਪ ਦੇ ਵਿੱਚ ਕਿਸੇ ਵੇਲੇ ਬਹੁਤ ਬੁਲੰਦੀ ਹਾਸਲ ਕਰਦੇ ਆ, ਫਿਰ ਕਿਸੇ ਕਾਰਨ ਉਹ ਆਲੋਚਨਾ ਦਾ ਵੀ ਹਿੱਸਾ ਬਣਦੇ ਆ। ਪਰ ਇਹ ਗੱਲ ਮੰਨਣੀ ਪਊਗੀ ਕਿ 1980 ਤੋਂ ਬਾਅਦ ਵਿੱਚ ਲੰਮਾ ਅਰਸਾ ਜਿਹੜਾ ਸੀਗਾ ਫੈਡਰੇਸ਼ਨ ਦੇ ਅੱਡ-ਅੱਡ ਚਿਹਰਿਆਂ ਨੇ ਕੌਮ ਨੂੰ ਬਹੁਤ ਵੱਡਾ ਜ਼ਬਰਦਸਤ ਹੁਲਾਰਾ ਦਿੱਤਾ। ਬਹੁਤ ਕਮਾਲ ਦੀ ਗੱਲ ਸੀਗੀ। ਤੇ ਉਹਨਾਂ ਵੇਲਿਆਂ ਦੇ ਵਿੱਚ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹ ਸਿੱਖ ਨੌਜਵਾਨੀ ਤੋਂ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਉਹਨਾਂ ਤੋਂ ਟਾਲਾ ਵੱਟਦੇ ਸੀਗੇ, ਕਿਉਂਕਿ ਉਹਨਾਂ 'ਚ ਕਮਜ਼ੋਰੀਆਂ ਬਹੁਤ ਸੀ ਅਕਾਲੀ ਲੀਡਰਾਂ ਦੇ ਵਿੱਚ। ਉਹਨਾਂ ਵੇਲਿਆਂ ਦੇ ਵਿੱਚ ਬਾਦਲ ਟੌਹੜਾ ਵਰਗੇ ਜਾਂ ਹੋਰ ਜਿਹੜੇ ਅਕਾਲੀ ਲੀਡਰ ਸੀ, ਉਹਨਾਂ ਤੋਂ ਤਾਬ ਨਹੀਂ ਸੀ ਚੱਲੀ ਜਾਂਦੀ ਫੈਡਰੇਸ਼ਨ ਦੀ। ਤੇ ਜਦੋਂ ਸਿੱਖ ਨੌਜਵਾਨੀ ਇੰਨੀ ਸਿਖਰਾਂ ਛੋਹ ਰਹੀ ਸੀ ਤੇ 1984 ਦਾ ਘੱਲੂਘਾਰਾ ਵਾਪਰ ਗਿਆ, ਤਾਂ ਸਭ ਤੋਂ ਵੱਡੀ ਜਿਹੜੀ ਉਸ ਵੇਲੇ ਇੰਡੀਅਨ ਸਟੇਟ ਨੂੰ ਵਿਰਤਾ ਸੀ ਉਹ ਸਿੱਖ ਨੌਜਵਾਨੀ ਦੀ ਵੀ ਸੀ। ਜਥੇਬੰਦੀਆਂ ਹੋਰ ਵੀ ਬਹੁਤ ਸਾਰੀਆਂ ਸਰਗਰਮ ਹੋਈਆਂ। ਜਥੇਬੰਦੀਆਂ ਨੇ ਖਾੜਕੂ ਲਹਿਰ ਦੇ ਰਾਹੀਂ ਆਪਦੀ ਹਾਜ਼ਰੀ ਬੜੀ ਧੜੱਲੇ ਨਾਲ ਲਵਾਈ। ਪਰ ਆਪਾਂ ਅੱਜ ਦਾ ਦਿਨ ਫੈਡਰੇਸ਼ਨ ਦੇ ਬਾਰੇ ਚਰਚਾ ਕਰ ਰਹੇ ਹਾਂ, ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ 1984 ਤੋਂ ਬਾਅਦ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਜਿਹੜੇ ਸਿੱਖ ਭਰਾ ਸੀ ਸਾਡੇ ਨੌਜਵਾਨ ਉਸ ਵੇਲੇ ਦੇ, ਉਹਨਾਂ ਨੇ ਅੱਡ-ਅੱਡ ਖਾੜਕੂ ਜਥੇਬੰਦੀਆਂ ਵਿੱਚ ਹਾਜ਼ਰੀ ਲਵਾਈ। ਅੱਜ ਜਦੋਂ ਮੈਂ ਆਪਦੀ ਕੌਮ ਦੇ ਉਹਨਾਂ ਯੋਧਿਆਂ ਬਾਰੇ, ਉਹਨਾਂ ਵੀਰਾਂ ਬਾਰੇ ਗੱਲ ਕਰਦਾ ਹੁੰਦਾ, ਤਾਂ ਸਾਨੂੰ ਚੇਤਾ ਆ ਜਾਂਦਾ ਕਿ ਪਹਿਲਾਂ ਇਹ ਵੀਰ ਫੈਡਰੇਸ਼ਨ 'ਚ ਹੁੰਦਾ ਸੀ। ਬੇਸ਼ੱਕ ਦੀ ਬਾਅਦ 'ਚ ਉਹ ਬੱਬਰ ਖਾਲਸਾ 'ਚ ਗਿਆ, ਬੇਸ਼ੱਕ ਦੀ ਬਾਅਦ ਵਿੱਚ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਗਿਆ ਜਾਂ ਇਹ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਗਿਆ, ਪਰ ਉਹ ਪਹਿਲਾਂ ਫੈਡਰੇਸ਼ਨ 'ਚ ਹੁੰਦਾ ਸੀ। ਸੋ ਫੈਡਰੇਸ਼ਨ ਦੀ ਨਰਸਰੀ ਨੇ ਜਿਵੇਂ ਪਹਿਲਾਂ ਅਕਾਲੀ ਸਫਾ ਨੂੰ ਬਹੁਤ ਲੀਡਰ ਦਿੱਤੇ, ਬਾਅਦ ਵਿੱਚ ਖਾੜਕੂ ਜਥੇਬੰਦੀਆਂ ਨੂੰ ਵੀ ਫੈਡਰੇਸ਼ਨ ਦੀ ਬਹੁਤ ਇਸ ਗੱਲੋਂ ਨਰਸਰੀ 'ਚੋਂ ਜਿਵੇਂ ਬੂਟਾ ਪੱਟੀ ਦਾ ਉਵੇਂ ਇਹ ਮਿਲੇ। ਸੋ ਸਿੱਖ ਨੌਜਵਾਨੀ ਨੂੰ ਫੈਡਰੇਸ਼ਨ ਦੇ ਰਾਹੀਂ ਜੋ ਕੌਮ ਨਾਲ ਜੁੜਨ ਦਾ, ਖਾਲਸਾ ਜੀ ਦੇ ਬੋਲਬਾਲੇ ਕਰਨ ਦਾ, ਖਾਲਿਸਤਾਨ ਸਿਰਜਣ ਦਾ ਜੋ ਉਹਨਾਂ ਦਾ ਸੰਘਰਸ਼ ਦਾ ਸਾਰਾ ਸਫ਼ਰ ਆ, ਉਹ ਆਪਣੇ ਆਪ 'ਚ ਬੇਮਿਸਾਲ ਆ। ਬਹੁਤ ਸਾਰੇ ਆਗੂ ਸੱਜਣ ਇਸ ਵੇਲੇ ਜੀਵਨ ਦੇ ਅੱਡ-ਅੱਡ ਖੇਤਰਾਂ 'ਚ ਆ, ਜਦੋਂ ਉਹਨਾਂ ਨਾਲ ਚਰਚਾ ਛਿੜਦੀ ਆ ਫੈਡਰੇਸ਼ਨ ਬਾਰੇ,
ਤਾਂ ਅੱਖਾਂ ਭਰ ਆਉਂਦੀਆਂ ਨੇ ਉਹ ਦਿਨਾਂ ਨੂੰ ਚੇਤੇ ਕਰਕੇ, ਜਦੋਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਆਹ ਦਿਨ ਵੀ ਆਉਣਗੇ। ਉਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨੀ ਦੇ ਅੰਦਰ ਫੈਡਰੇਸ਼ਨ ਨੇ ਜਿਹੜੀ ਬਿਜਲੀ ਵਰਗੀ ਇੱਕ ਲਿਸ਼ਕ ਪੈਦਾ ਕੀਤੀ ਸੀ ਕਿ ਜਦੋਂ ਵੀ ਉੱਠੋ ਤੂਫਾਨ ਬਣ ਕੇ ਤੇ ਡਿੱਗੋ ਤਾਂ ਡਿੱਗੋ ਬਿਜਲੀਆਂ ਦੇ ਵਾਂਗ। ਉਹ ਇਹ ਜਿਹੜੀ ਚੀਜ਼ ਸੀਗੀ ਉਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨੀ ਦੇ ਅੰਦਰ ਤਰਾਟਾਂ ਮਾਰਦੀ ਸੀ। ਮੁਹੱਬਤ ਮੁਝੇ ਉਨ ਨੌਜਵਾਨों से है ਜੋ ਸਿਤਾरों पे डालते हैं कमन। ਉਹ ਇਹੋ ਜਿਹੀ ਨੌਜਵਾਨੀ ਦੇ ਅੰਦਰ ਖਾਲਸਾ ਜੀ ਦੇ ਬੋਲਬਾਲੇ ਪੈਦਾ ਕਰਨ ਵਾਲਾ ਜਜ਼ਬਾ ਜਿਹੜਾ ਸੀਗਾ ਉਹ ਜਦੋਂ ਦੇਖਣ ਨੂੰ ਮਿਲਿਆ, ਖਾਸ ਤੌਰ ਦੇ ਉੱਤੇ ਜਦੋਂ 1981 ਦੇ ਵਿੱਚ ਮਈ ਮਹੀਨੇ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਰਜਾ ਕਰਾਉਣ ਦੇ ਵਾਲੀ ਜਿਹੜਾ ਮੋਰਚਾ ਉਹਦੀ ਜਦੋਂ ਗੱਲ ਕਰਦੇ ਆ ਵੀ ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤ ਸਰਦਾਰਾਂ ਦੇ ਸ਼ਹਿਰ ਬਾਂਕੇ ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ। ਇਸ ਤਰੀਕੇ ਨਾਲ ਉਸ ਟਾਈਮ ਫੈਡਰੇਸ਼ਨ ਦੀ ਚੜ੍ਹਤ ਹੁੰਦੀ ਸੀ। ਖੈਰ ਸਦਾ ਨਾ ਬਾਗੀ ਬੁਲਬੁਲ ਬੋਲੇ ਵਾਲੀ ਗੱਲ ਆ, ਵਕਤ ਜਿਹੜਾ ਹੈਗਾ ਉਹ ਕਈ ਰੰਗ ਢੰਗ ਦਿਖਾਉਂਦਾ ਹੁਣ। ਤੋਂ ਵਕਤ ਨੇ ਜਿੱਥੇ ਫੈਡਰੇਸ਼ਨ ਦਾ ਉਹ ਦੌਰ ਦਿਖਾਇਆ ਜਿੱਥੇ ਸਿਖਰਾਂ ਨੇ, ਉੱਥੇ ਉਹ ਵੀ ਦੌਰ ਦਿਖਾਇਆ ਜਿੱਥੇ ਬਿਲਕੁਲ ਨਿਵਾਣਾ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਲੈ ਕੇ ਕਿਸੇ ਵੇਲੇ ਚਾਅ ਨਾਲ ਭਰ ਜਾਈਦਾ ਸੀ। ਉਹੀ ਸ਼ਖਸੀਅਤਾਂ ਨੇ ਬਹੁਤ ਵਾਰੀ ਸਾਨੂੰ ਨਮੋਸ਼ੀ ਨਾਲ ਵੀ ਭਰਿਆ। ਬਹੁਤ ਰੰਗ ਢੰਗ, ਬਹੁਤ ਤਮਾਸ਼ੇ ਜਿਹੜੇ ਆ ਇਸ ਸਫ਼ਰ ਦੇ ਵਿੱਚ ਦੇਖਦਿਆਂ ਹੋਇਆਂ ਅੱਜ ਜਦੋਂ ਫੈਡਰੇਸ਼ਨ ਦਾ ਦਿਨ ਮਨਾਇਆ ਜਾ ਰਿਹਾ ਤਾਂ ਮਨ ਦੀ ਇਹ ਰੀਝ ਆ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੇ ਸਿੱਖ ਨੌਜਵਾਨਾਂ ਦੇ ਅੰਦਰ ਫੈਡਰੇਸ਼ਨ ਨੂੰ ਨਵੇਂ ਸਿਰਿਓਂ ਵੱਡਾ ਕਰਨ ਦਾ, ਇਹਦੇ ਆਲੇ ਦੁਆਲੇ ਖੜੇ ਹੋ ਕੇ ਕੌਮ ਦੀ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਵੇ ਤੇ ਫੈਡਰੇਸ਼ਨ ਫੇਰ ਸਿਖਰਾਂ ਛੂਹੇ, ਤਾਂ ਕਿ ਜਿਹੜੇ ਚਿੱਟੀਆਂ ਦਾੜੀਆਂ ਹੋ ਰਹੇ ਵਾਲੇ ਬਜ਼ੁਰਗ ਨੇ ਉਹ ਬੈਠ ਕੇ ਇਹ ਗੱਲ ਕਹਿਣ ਕਿ ਅਸੀਂ ਆਪਦੇ ਬੈਠੇ ਬੈਠਿਆਂ ਦੁਆਰਾ ਜਥੇਬੰਦੀ ਨੂੰ ਖੜਾ ਹੁੰਦਾ ਦੇਖ ਲਿਆ। ਸੋ ਅਸੀਂ ਇਹ ਗੱਲ ਕਹਿੰਦੇ ਆ ਕਿ ਇਸ ਵੇਲੇ ਸਿੱਖ ਨੌਜਵਾਨਾਂ ਦੇ ਆਲੇ ਦੁਆਲੇ ਹਜ਼ਾਰਾਂ ਹੀ ਮੁਸ਼ਕਲਾਂ ਨੇ, ਹਜ਼ਾਰਾਂ ਹੀ ਇਹੋ ਜਿਹੀਆਂ ਗੜਬੜਾਂ ਦਿਖ ਰਹੀਆਂ ਨੇ ਜਿੱਥੇ ਲੜਨ ਦੀ ਲੋੜ ਆ, ਪਰ ਜਥੇਬੰਦੀ ਨੇ ਵੰਡ ਦਿੱਤੀ ਜਾ ਰਹੀ। ਤੇ ਬਾਦਲ ਹੋਣਾ ਨੇ ਤਾਂ ਸੋਚ ਹੀ ਲਿਆ ਹੈਗਾ ਕਿ ਆਪਾਂ ਸੋਈ ਨੂੰ ਉਭਾਰਨਾ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ। ਉਹਨਾਂ ਦਾ ਮਤਲਬ ਹੈਗਾ ਕਿ ਅਸੀਂ ਫੈਡਰੇਸ਼ਨ ਦੀ ਚੜ੍ਹਤ ਦੇਖੀ ਹੋਈ ਆ, ਜਦੋਂ ਵੀ ਫੈਡਰੇਸ਼ਨ ਦੀ ਚੜ੍ਹਤ ਹੁੰਦੀ ਆ ਉਦੋਂ ਸਾਡੇ ਲਈ ਔਖਾ ਹੋ ਜਾਂਦਾ। ਸੋ ਫੈਡਰੇਸ਼ਨ ਮਰੇ ਖਪੇ ਤੇ ਸਾਨੂੰ ਸਾਡੀ ਜਿਹੜੀ ਹੈਗੀ ਆ ਸਿਆਸਤ ਉਹਦੇ ਲਈ ਇਹਨਾਂ ਦੀ ਕੋਈ ਲੋੜ ਨਹੀਂ। ਸੋ ਫੈਡਰੇਸ਼ਨ ਦੀ ਬਜਾਏ ਉਹਨਾਂ ਨੇ ਤਾਂ ਸੋਈ ਨੂੰ ਉਭਾਰਨਾ, ਪਰ ਸਿੱਖ ਕੌਮ ਦੀ ਜਿਹੜੀ ਲੋੜ ਆ ਉਹ ਫੈਡਰੇਸ਼ਨ ਦੇ ਉਭਾਰ ਵਿੱਚ ਵਾ। ਸੋ ਸਾਨੂੰ ਇਹ ਪਤਾ ਹੈ ਕਿ ਇਸ ਵੇਲੇ ਫੈਡਰੇਸ਼ਨ ਦਾ ਨਾਂ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਵਿਵਾਦਤ ਹੈ, ਪਰ ਇਸ ਵੇਲੇ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਕੱਲਾ ਪੰਜਾਬ ਨਹੀਂ, ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੇ ਫੈਡਰੇਸ਼ਨ ਨਾਲ ਪੁਰਾਣੇ ਵੀਰ ਬੈਠੇ ਆ, ਖਾਸ ਤੌਰ ਤੇ ਖਾੜਕੂ ਲਹਿਰ ਦੌਰਾਨ ਜਿਹੜੇ ਸੱਜਣ ਬਾਹਰਲੇ ਮੁਲਕਾਂ ਵਿੱਚ ਚਲੇ ਗਏ, ਉਹਨਾਂ ਸਭ ਨੇ ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਫੈਡਰੇਸ਼ਨ ਦੇ ਨਾਲ ਆਪਦੇ ਦਿਲ ਨੂੰ ਜੋੜਿਆ ਹੋਇਆ, ਆਪਦੇ ਮਨ ਨੂੰ ਜੋੜਿਆ ਹੋਇਆ। ਤੇ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਇਹ ਅੱਜ ਵੀ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਫੈਡਰੇਸ਼ਨ ਦਾ ਝੰਡਾ ਜਿਹੜਾ ਹੈਗਾ ਉਹ ਬੁਲੰਦ ਹੋਵੇ। ਉਹ ਜਿਹੜੇ ਇਸ ਸਾਰੇ ਸਫ਼ਰ ਦੌਰਾਨ ਫੈਡਰੇਸ਼ਨ ਦਾ ਨਾਂ ਉਭਾਰਨ ਵਾਲੇ ਜਾਂ ਫੈਡਰੇਸ਼ਨ ਦੇ ਕਰਕੇ ਚਰਚਾ ਚਾਹੇ ਚਿਹਰੇ ਨੇ, ਉਹਨਾਂ ਵਿੱਚੋਂ ਕੁਝ ਸੱਜਣਾਂ ਦੇ ਨਾਂ ਲੈਣੇ ਜ਼ਰੂਰੀ ਸਮਝਾਂਗਾ, ਜਿਨ੍ਹਾਂ ਦੇ ਵਿੱਚ ਸਰਦਾਰ ਜਸਵੀਰ ਸਿੰਘ ਸਰਨਾ ਬੜੇ ਉੱਚ ਕੋਟੀ ਦੇ ਲੇਖਕ ਤੇ ਵਿਦਵਾਨ ਸੱਜਣ ਹੈ, ਕਈ ਕਿਤਾਬਾਂ ਨੇ। ਇਵੇਂ ਭਾਈ ਹਰਮਿੰਦਰ ਸਿੰਘ ਸੰਧੂ, ਇਵੇਂ ਭਾਈ ਅਮਰਜੀਤ ਸਿੰਘ ਚਾਵਲਾ, ਸਰਦਾਰ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਵਿਛੋਆ, ਹਰਪ੍ਰੀਤ ਸਿੰਘ ਥਾਂਦੇ, ਸਰਦਾਰ ਸੁਖਲਾਲ ਸਿੰਘ, ਸਰਦਾਰ ਅਮਰਜੀਤ ਸਿੰਘ ਬਾਜਵਾ, ਗੁਰਬਖਸ਼ ਸਿੰਘ ਸ਼ੇਰਗਿੱਲ ਪ੍ਰਿੰਸੀਪਲ ਸਾਹਿਬ, ਜਿਹੜੇ ਉਹਨਾਂ ਦੀ ਜਿਹੜੀ ਕਲਮ ਆ ਬੜੀ ਕਮਾਲ ਦੀ ਹੈ। ਤੋਂ ਇਵੇਂ ਹੀ ਪ੍ਰੋਫੈਸਰ ਮਹਿੰਦਰ ਸਿੰਘ ਧਾਲੀਵਾਲ, ਪ੍ਰੋਫੈਸਰ ਬਰਜਿੰਦਰ ਸਿੰਘ, ਪ੍ਰੋਫੈਸਰ ਸੂਬਾ ਸਿੰਘ, ਪ੍ਰੋਫੈਸਰ ਮਹਿੰਦਰ ਸਿੰਘ ਤੇਜ, ਜਸਵੀਰ ਸਿੰਘ ਘੁੰਮਣ, ਸਰਦਾਰ ਪੁਸ਼ਪਿੰਦਰਪਾਲ ਸਿੰਘ ਵਿਰਕ, ਸਰਦਾਰ ਪੰਜਾਬ ਸਿੰਘ ਛੀਨਾ ਤੇ ਗੁਲਜ਼ਾਰ ਸਿੰਘ, ਅਨੂਪ ਸਿੰਘ ਸਰਹਾਲੀ ਦਾ ਹੁੰਦਾ ਸੀ, ਸਰਦਾਰ ਕੁਲਦੀਪ ਸਿੰਘ, ਸਰਦਾਰ ਮੱਖਣ ਸਿੰਘ, ਤੇ ਇਵੇਂ ਹੀ ਓਂਕਾਰ ਜਿਹੜਾ ਆਪਣਾ ਸ਼੍ਰੀਪੁਰਾ ਇੱਥੋਂ ਆਉਂਦੇ ਸੀ, ਬਾਬਾ ਦੀਪ ਸਿੰਘ, ਕੋਟ ਬਾਬਾ ਦੀਪ ਸਿੰਘ ਤੋਂ, ਮਜੀਠਾ ਚੌਂਕ ਬਾਬਾ ਇਸਲਾਮਾਬਾਦ ਰਹੀਆਂ। ਇਹਨਾਂ ਸਾਰਿਆਂ ਚ ਫੈਡਰੇਸ਼ਨ ਦੇ ਜਿਹੜੇ ਯੂਨਿਟ ਸੀਗੇ ਇਹ ਬਹੁਤ ਕਮਾਲ ਦੇ ਸੀ। ਬੁਢਲਾਡਾ ਚ ਸਰਦਾਰ ਕੁਲਵੰਤ ਸਿੰਘ ਕੰਵਲ ਤੇ ਸੁੱਚਾ ਸਿੰਘ ਜਿਹਨੂੰ ਬਾਹਮਣ ਕਿਹਾ ਜਾਂਦਾ ਸੀਗਾ, ਤੇ ਪੱਟੀ ਚ ਗੁਰਮੀਤ ਸਿੰਘ, ਤਰਨਤਾਰਨ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਤੇ ਹਰਪਾਲ ਸਿੰਘ, ਬਠਿੰਡੇ ਵਾਲੇ ਵੀਰ ਗੁਰਕਿਰਪਾਲ ਸਿੰਘ, ਸਰਦਾਰ ਅਵਤਾਰ ਸਿੰਘ ਕੈਂਥ, ਸਰਦਾਰ ਰਾਜਵੀਰ ਸਿੰਘ, ਸਰਦਾਰ ਵੇਰ ਸਿੰਘ ਬਰਾੜ, ਸਰਦਾਰ ਇੰਦਰ ਸਿੰਘ। ਉਹ ਮੁਕਤਸਰ ਸਰਕਲ ਦੇ ਵਿੱਚ, ਨਾਭੇ ਸਰਕਲ ਚ ਮਨਜੀਤ ਸਿੰਘ ਬੜਾ ਅਹਿਮ ਵੀਰ ਹੋਇਆ,
ਪਟਿਆਲੇ ਯੂਨਿਟ ਦੇ ਵਿੱਚ ਹਰਦੇਵ ਸਿੰਘ ਰਾਜਪੁਰਾ, ਜਗਜੀਤ ਸਿੰਘ ਦਰਦੀ, ਪ੍ਰੋਫੈਸਰ ਹਰੀ ਸਿੰਘ, ਪ੍ਰੋਫੈਸਰ ਮਹਿੰਦਰਪਾਲ ਸਿੰਘ ਹੁਣ ਕੈਨੇਡਾ ਚ ਚਲੇ ਗਏ ਸੀ ਬਾਅਦ ਚ ਉਹ, ਸਰਦਾਰ ਵੀਰ ਦਵਿੰਦਰ ਸਿੰਘ ਜਿਹੜੇ ਕਾਫੀ ਚਰਚਾ ਚ ਰਹਿੰਦੇ ਆ ਸਿਆਸੀ ਆਗੂ ਨੇ, ਸਰਦਾਰ ਹਰਵਿੰਦਰਪਾਲ ਸਿੰਘ ਖਾਲਸਾ, ਸਰਦਾਰ ਹਰਵਿੰਦਰ ਸਿੰਘ ਖਾਲਸਾ, ਜਿਨ੍ਹਾਂ ਦੇ ਲੇਖ ਅਜੀਤ ਵਿੱਚ ਛਪਦੇ ਆ ਜਾਂ ਕਿਤਾਬਾਂ ਕਈ ਆਈਆਂ ਉਹਨਾਂ ਦੀਆਂ। ਤੇ ਇਵੇਂ ਹੀ ਦਵਿੰਦਰਪਾਲ ਸਿੰਘ ਬਾਲੀਆ, ਜੋਗਿੰਦਰ ਸਿੰਘ ਤੇ ਕੁਲਵੀਰ ਸਿੰਘ ਸਿੱਧੂ, ਜਸਵੀਰ ਸਿੰਘ ਭਾਟੀਆ, ਗੁਰਮੇਜ ਸਿੰਘ। ਤੋ ਇਹ ਸਾਰੇ ਵੀਰ ਜਿਹੜੇ ਨੇ, ਇਹਨਾਂ ਦੇ ਨਾਲ ਹੀ ਕੁਝ ਵਿਦਿਆਰਥਣ ਵੀਰ ਸਾਡੀਆਂ ਭੈਣਾਂ ਜਿਹੜੀਆਂ ਨੇ, ਜਿਵੇਂ ਬੀਬੀ ਰਮਣੀਕ ਕੌਰ ਤੇ ਬੀਬੀ ਅਵਕਾਰ ਕੌਰ ਜਿਹੜੀ ਕਰਨਾਲ ਤੋਂ ਸੀ, ਤੇ ਪ੍ਰੋਫੈਸਰ ਗੁਰਦੀਪ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਅਵਕਾਰ ਕੌਰ ਨੇ ਇੱਥੇ ਦਰਬਾਰ ਸਾਹਿਬ ਸ਼ਹੀਦੀ ਵੀ ਪਾਈ ਆ। ਸੋ ਜਿਹੜੇ ਸਾਊਥ ਹਾਲ, ਲੰਡਨ, ਬਰਮਿੰਘਮ, ਹੋਰ ਕਈ ਮੁਲਕਾਂ ਦੇ ਵਿੱਚ ਵੀ ਜਿਹੜੇ ਫੈਡਰੇਸ਼ਨ ਦੀਆਂ ਸਰਗਰਮੀਆਂ ਜਾਰੀ ਰੱਖਦੇ ਰਹੇ ਆ। ਉਹ ਇਹਨਾਂ ਸਾਰੇ ਵੀਰਾਂ ਦਾ ਜਦੋਂ ਮੈਂ ਜ਼ਿਕਰ ਕਰਦਾ ਤਾਂ ਉਹਨਾਂ ਦੇ ਵਿੱਚ ਲੁਧਿਆਣੇ ਸਾਡੇ ਜ਼ਿਲ੍ਹੇ ਤੋਂ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਜਿਹੜੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਸੀਗੇ, ਜਗਵਿੰਦਰ ਸਿੰਘ ਕਿਲਾ ਰਾਏਪੁਰ, ਦਲਜੀਤ ਸਿੰਘ ਬਿੱਟੂ, ਗੁਰਚਰਨ ਸਿੰਘ ਗਰੇਵਾਲ, ਨਰਿੰਦਰ ਸਿੰਘ ਨਿੰਦੀ, ਹਰਮੇਲ ਸਿੰਘ ਖਟੜਾ, ਹਰਿੰਦਰ ਸਿੰਘ ਬੰਟੀ ਉਰਫ ਕੇਸੀ ਸ਼ਰਮਾ, ਸਰਬਰਿੰਦਰ ਸਿੰਘ ਰੂਮੀ ਇਸ ਟਾਈਮ ਆਸਟ੍ਰੇਲੀਆ 'ਚ ਨੇ, ਰਜਿੰਦਰ ਸਿੰਘ ਬਿੱਲਾ, ਦਵਿੰਦਰ ਸਿੰਘ ਦਾਖਾ, ਡਾਕਟਰ ਦਲਜੀਤ ਸਿੰਘ ਮੱਲਾ, ਦਰਸ਼ਨ ਸਿੰਘ ਮਾਨਕੀ, ਗੁਰਕੀਰਤ ਸਿੰਘ ਪ੍ਰਿੰਸ, ਇਹ ਸ਼ਹੀਦ ਹੋ ਗਿਆ ਸੀ ਵੀਰ, ਤੋਂ ਮਹੇਸ਼ਿੰਦਰ ਸਿੰਘ ਗਹਿਲ, ਕਰਮਜੀਤ ਸਿੰਘ ਸੁਨਾਮ, ਫੂਲਾ ਸਿੰਘ ਸੰਘੇੜਾ, ਬੇਅੰਤ ਇੱਕ ਬਹੁਤ ਵੱਡੀ ਲਿਸਟ ਵਾ ਜਿਨ੍ਹਾਂ ਵੀਰਾਂ ਨੇ ਅੱਡ ਅੱਡ ਮੁਲਕਾਂ ਦੇ ਵਿੱਚ ਬਾਹਰ ਜਾ ਕੇ, ਉਹਨਾਂ ਦੀ ਵੀ ਇੱਕ ਲਿਸਟ ਆ। ਸੋ ਬੜਾ ਲੰਬਾ ਚੌੜਾ ਫੈਡਰੇਸ਼ਨ ਦਾ ਜਿਹੜਾ ਲੇਖਾ ਜੋਖਾ ਹੈ, ਜੋ ਇੱਕ ਇਸ ਛੋਟੇ ਪ੍ਰੋਗਰਾਮ ਤਾਂ ਨਹੀਂ ਕੀਤਾ ਜਾ ਸਕਦਾ, ਪਰ ਸਾਰੇ ਉਹ ਭੈਣ ਭਰਾ ਸਾਡੀ ਨਜ਼ਰ 'ਚ ਨੇ, ਉਹਨਾਂ ਦੇ ਸਾਡੇ ਕੋਲੇ ਵੇਰਵੇ ਨੇ ਜਿਨ੍ਹਾਂ ਨੇ ਫੈਡਰੇਸ਼ਨ ਨੂੰ ਆਪਦਾ ਖੂਨ ਪਸੀਨਾ ਦਿੱਤਾ, ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਇਸ ਜਥੇਬੰਦੀ ਰਾਹੀਂ ਕੌਮ ਦੀ ਸੇਵਾ ਕੀਤੀ। ਸੋ ਅੱਜ ਜਿੱਥੇ ਉਹਨਾਂ ਸਾਰੇ ਗੁਰਸਿੱਖ ਪਿਆਰਿਆਂ ਨੂੰ ਜਿਨ੍ਹਾਂ ਨੇ ਫੈਡਰੇਸ਼ਨ ਦੇ ਝੰਡੇ ਹੇਠ ਖੜ ਕੇ ਕੌਮ ਦੀ ਸੇਵਾ ਕੀਤੀ, ਉਹਨਾਂ ਨੂੰ ਚੇਤੇ ਕਰ ਰਹੇ ਆ, ਉੱਥੇ ਉਹਨਾਂ ਸਾਰੇ ਸ਼ਹੀਦਾਂ ਨੂੰ ਵੀ ਚੇਤੇ ਕਰ ਰਹੇ ਆ ਜਿਨ੍ਹਾਂ ਨੇ ਆਪਦਾ ਜਿਹੜਾ ਜੀਵਨ ਆ ਉਹ ਫੈਡਰੇਸ਼ਨ ਰਾਹੀਂ ਕੌਮ ਦੇ ਲੇਖੇ ਲਾਇਆ। ਸੋ ਅੱਜ ਦੇ ਸਮਾਗਮ ਦੇ ਵਿੱਚ, ਅੱਜ ਦੇ ਪ੍ਰੋਗਰਾਮ 'ਚ ਇੱਥੇ ਸਮਾਪਤੀ ਕਰਦਾ ਹੋਇਆ ਮੈਂ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗਦਾ, ਕੋਈ ਵਾਰੀ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਜਾ ਸਕਦਾ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।